ਜਿਹੜਾ ਲੋਕਾਂ ਦਾ ਰੋਹ ਹੈ, ਲੋਕਾਂ ਦੇ ਵਿੱਚ ਬੜੀ ਤਾਕਤ ਹੈ। ਇਹ ਕੋਈ ਡਰਨ ਦੀ ਲੋੜ नहीं भी। इन्होंने पास कर दे। इंग्लैंड भी अपने पर राज कर गया, जिसके राज के भी सूरज नहीं सी पैदा। अज कल इंग्लैंड के राज रह गया। ये मोदी ਨੂੰ भी वापस मुड़ना लगेगा। ਪਹਿਲਾਂ ਤਾਂ ਇੱਕ ਹੁਣ ਇਹ ਆਰਡੀਨੈਂਸ ਨਹੀਂ ਰਹੇ, ਇਹਨਾਂ ਨੇ ਇੱਕ ਕਾਨੂੰਨ ਦਾ ਰੂਪ ਲੈ ਲਿਆ। ਸਰਕਾਰਾਂ ਆਪਣੇ ਫੈਸਲੇ ਵਾਪਸ ਲੈਣ ਨੂੰ ਬਿਲਕੁਲ ਵੀ ਤਿਆਰ ਨਹੀਂ। ਸਰਕਾਰਾਂ ਜਿਹੜੀਆਂ 1990 ਤੋਂ ਬਾਅਦ ਜਿਹੜੀਆਂ ਉਹ ਪਾਲਿਸੀਆਂ ਆਈਆਂ ਨਾ, ਉਹਦੇ ਤਹਿਤ ਜਿਹੜੀਆਂ ਸਰਕਾਰਾਂ ਬਣ ਰਹੀਆਂ ਉਹ ਮਤਲਬ ਦੇਸ਼ ਨੂੰ ਵੇਚਣ ਦੇ ਲੱਗੀਆਂ ਹੋਈਆਂ। ਸੁਣਵਾਈ ਉਹ ਕੋਈ ਨਹੀਂ ਹੈ, ਲੋਕਤੰਤਰ ਨੂੰ ਖਤਰਾ ਹੋ ਗਿਆ। ਜਿਹੜੇ ਸੂਬਿਆਂ ਦੇ ਵੱਧ ਅਧਿਕਾਰ ਹੈ ਉਹ ਸਾਰੇ ਕੇਂਦਰ ਆਪਣੇ ਕੋਲ ਲਈ ਜਾ ਰਿਹਾ ਹੈ। ਸੂਬਿਆਂ ਨੂੰ ਨਹੀਂ ਪੁੱਛਦਾ, ਆਪਣੀ ਮਰਜ਼ੀ ਦੇ ਨਾਲ। ਮਤਲਬ ਕਰੋਨਾ ਦੇ ਦੌਰਾਨ ਇਹ ਇਸ ਤਰ੍ਹਾਂ ਦੇ ਆਰਡੀਨੈਂਸ ਤਾਂ ਜਦ ਪੇਸ਼ ਕਰਦੇ ਤੇ ਜਦ ਕੋਈ ਬਹੁਤ ਵੱਡੀ ਆਫਤ ਆ ਜਾਂਦੀ ਸੀ। ਇਹ ਜਿਹੜੀ ਮੋਦੀ ਦੀ ਸਰਕਾਰ ਹੈ, ਕੋਆਪਰੇਟ ਘਰਾਣਿਆਂ ਦੀ ਸਰਕਾਰ ਹੈ। ਮਤਲਬ ਜਿਹੜੀਆਂ ਜ਼ਮੀਨਾਂ ਹੈ ਉਹ ਕਿਸਾਨਾਂ ਤੋਂ ਕਿਸ ਤਰ੍ਹਾਂ ਇਹਨਾਂ ਨੇ ਲੈਣੀਆਂ, ਉਹਨਾਂ ਦੇ ਤਹਿਤ ਹੀ ਇਹ ਸਾਰੇ ਜਿਹੜੇ ਕਾਨੂੰਨ ਹੈ ਬਣ ਰਹੇ ਹੈ। ਸਾਡੀ ਪਬਲਿਕ ਵਾਸਤੇ, ਸਾਡੇ ਲੋਕਾਂ ਵਾਸਤੇ, ਕਿਸਾਨਾਂ ਵਾਸਤੇ, ਮਜ਼ਦੂਰਾਂ ਵਾਸਤੇ ਬਹੁਤ ਇੱਕ ਮੌਤ ਦੇ ਵਾਰੰਟ ਹੈ। ਇਹਨਾਂ ਨੂੰ ਨੀਤੀਆਂ ਨੂੰ ਵਾਪਸ ਕਰਾਉਣ ਵਾਸਤੇ ਸਾਨੂੰ ਬਹੁਤ ਵੱਡੀ ਏਕਤਾ ਕਰਕੇ ਲੰਬੀ ਲੜਾਈ ਲੜਨੀ ਪਏਗੀ। ਤਿੰਨ ਆਰਡੀਨੈਂਸ ਸੀ ਇਹ ਹੁਣ ਕਾਨੂੰਨ ਬਣ ਗਏ। ਇਹਨਾਂ ਦੇ ਵਿੱਚ ਇੱਕ ਆਰਡੀਨੈਂਸ ਸੀ ਕਿ ਕਿਸਾਨ ਆਪਣੀ ਫਸਲ ਕਿਤੇ ਵੀ ਲੈ ਕੇ ਵੇਚ ਸਕਦਾ ਆਪਣੀ ਫਸਲ ਹਿੰਦੁਸਤਾਨ ਦੇ ਵਿੱਚ। ਇਹ ਮਤਲਬ ਇੱਕ ਕਹਿਣ ਦੀਆਂ ਗੱਲਾਂ ਹੈ, ਜ਼ਿਆਦਾ ਉਹਨਾਂ ਨੂੰ ਆਪਾਂ ਨੂੰ ਲਾਗੂ ਕਰਨ ਦਾ ਸਵਾਲ ਆਉਂਦਾ ਹੈ। ਇਹ ਬੀਜੇਪੀ ਦੀ ਸਰਕਾਰ ਹੈ ਹਰਿਆਣੇ 'ਚ, ਜਦ ਉਹੀ ਉਹਨਾਂ ਦੀ ਗੱਲ ਮੰਨਣ ਨੂੰ ਤਿਆਰ ਨਹੀਂ। ਇਸ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਵੀ ਇਹ ਕਹਿੰਦੇ ਕੀ ਹੈ ਤੇ ਕਰਦੇ ਕੀ ਹੈ। ਪਰ ਹੁਣ ਹਰਿਆਣਾ ਸਰਕਾਰ ਨੇ ਕਰਤਾ, ਉਹਨਾਂ ਨੇ ਆਪਣੇ ਰਾਈਸ ਮਿਲਸ ਨੂੰ ਸੁਨੇਹਾ ਦਿੱਤਾ ਕਿ ਰਾਜਸਥਾਨ ਤੇ ਪੰਜਾਬ ਦਾ ਕਿਸਾਨ ਖਾਸ ਕਰਕੇ ਸਾਡੇ ਸੂਬੇ ਦੀ ਫਸਲ ਵੇਚਣ ਨਾ ਆਵੇ। ਜਦ ਬੀਜੇਪੀ ਦੀ ਹਰਿਆਣੇ ਦੀ ਸਰਕਾਰ ਇਸ ਵਾਸਤੇ ਮਨਾ ਕਰ ਰਹੀ ਹੈ, ਫਿਰ ਆਪਾਂ ਕਿਸ ਤਰ੍ਹਾਂ ਸੋਚ ਲਾਂਗੇ ਵੀ ਅਸੀਂ ਫਸਲ ਹੈ ਜਿਹੜੀ ਬਾਹਰ ਲਿਜਾ ਕੇ ਵੇਚ ਸਕਦੇ ਹਾਂ। ਜੋ ਆਰਡੀਨੈਂਸ ਕੇਂਦਰ ਸਰਕਾਰ ਨੇ ਪਾਸ ਕੀਤੇ, ਇਹਨੂੰ ਲੈ ਕੇ ਪੰਜਾਬ ਦੇ ਵਿੱਚ ਥਾਂ ਵਿਰੋਧ ਹੋ ਰਿਹਾ ਹੈ। ਕੱਲ੍ਹ 1 ਅਕਤੂਬਰ ਤੋਂ 31 ਜਥੇਬੰਦੀਆਂ ਨੇ, ਕਿਸਾਨ ਜਥੇਬੰਦੀਆਂ ਨੇ ਕਾਲ ਦਿੱਤੀ ਸੀ ਕਿ ਅਸੀਂ ਸ਼ੰਭੂ ਰੇਲ ਲਾਈਨਾਂ ਬੰਦ ਕਰ ਦਾਂਗੇ, ਪੰਜਾਬ ਦੀਆਂ ਰੇਲ ਲਾਈਨਾਂ ਬੰਦ ਕਰ ਦਾਂਗੇ। ਇਹਨੂੰ ਲੈ ਕੇ ਕੱਲ੍ਹ ਤੋਂ ਹੀ ਸ਼ੰਭੂ ਬਾਰਡਰ ਦੇ ਉੱਤੇ ਸ਼ੰਭੂ ਸਟੇਸ਼ਨ ਦੇ ਉੱਤੇ, ਰੇਲਵੇ ਸਟੇਸ਼ਨ ਉੱਤੇ ਇੱਕ ਧਰਨਾ ਦਿੱਤਾ ਜਾ ਰਿਹਾ ਹੈ ਕਿਸਾਨ ਜਥੇਬੰਦੀਆਂ ਵੱਲੋਂ ਕਿ ਅਸੀਂ ਪੰਜਾਬ ਦੀਆਂ ਰੇਲਾਂ ਨਹੀਂ ਚੱਲਣ ਦੇਵਾਂਗੇ। ਇਹਨੂੰ ਲੈ ਕੇ ਇਹ ਧਰਨਾ ਲਗਾਤਾਰ ਅੱਜ ਦੂਜੇ ਦਿਨ ਦੇ ਵਿੱਚ ਦਾਖਲ ਹੋ ਗਿਆ ਹੈ। ਸਾਡੇ ਨਾਲ ਹਰਿੰਦਰ ਸਿੰਘ ਲਾਖਾ ਨੇ, ਇਹ ਸ਼ਹੀਦ ਭਗਤ ਸਿੰਘ ਲੋਕ ਹਿੱਤ ਸੰਘਰਸ਼ ਕਮੇਟੀ ਚਲਾ ਰਹੇ ਨੇ, ਉਹਨਾਂ ਦੇ ਇਹ ਪ੍ਰਮੁੱਖ ਅਹੁਦੇਦਾਰ ਨੇ। ਉਹ ਗੱਲ ਕਰਦੇ ਹਾਂ ਆਪਾਂ। ਤੁਸੀਂ ਕਿਵੇਂ ਦੇਖਦੇ ਹੋ ਇਹਨੂੰ ਸਾਰੇ, ਕਿਉਂਕਿ ਸਰਕਾਰਾਂ ਆਪਣੇ ਫੈਸਲੇ ਵਾਪਸ ਲੈਣ ਨੂੰ ਬਿਲਕੁਲ ਵੀ ਤਿਆਰ ਨਹੀਂ ਨੇ। ਇਹ ਜਿਹੜਾ ਪਹਿਲਾਂ ਤਾਂ ਇੱਕ ਹੁਣ ਇਹ ਆਰਡੀਨੈਂਸ ਨਹੀਂ ਰਹੇ, ਇਹਨਾਂ ਨੇ ਇੱਕ ਕਾਨੂੰਨ ਦਾ ਰੂਪ ਲੈ ਲਿਆ। ਸਰਕਾਰਾਂ ਜਿਹੜੀਆਂ 1990 ਤੋਂ ਬਾਅਦ ਜਿਹੜੀਆਂ ਉਹ ਪਾਲਿਸੀਆਂ ਆਈਆਂ ਨਾ, ਉਹਦੇ ਤਹਿਤ ਜਿਹੜੀਆਂ ਸਰਕਾਰਾਂ ਬਣ ਰਹੀਆਂ ਉਹ ਮਤਲਬ ਦੇਸ਼ ਨੂੰ ਵੇਚਣ ਦੇ ਲੱਗੀਆਂ ਹੋਈਆਂ। ਇਹ ਇਕੱਲੀ ਕਿਸਾਨੀ ਨੂੰ ਬਚਾਉਣ ਦਾ ਸਵਾਲ ਨਹੀਂ ਹੈ, ਸਵਾਲ ਦੇਸ਼ ਨੂੰ ਬਚਾਉਣ ਦਾ। ਦੇਸ਼ ਕਿਸ ਤਰ੍ਹਾਂ ਬਚੇਗਾ? ਦੇਸ਼ ਬਚੇਗਾ ਜਦ ਤੱਕ ਆਪਾਂ ਇਹਨਾਂ ਪਾਲਿਸੀਆਂ ਨੂੰ ਪਿੱਛੇ ਨੂੰ ਮੋੜਾ ਨਹੀਂ ਦਿੰਦੇ, ਏਕਤਾ ਨੂੰ ਆਪਣੀ ਵੱਡੀ ਨਹੀਂ ਕਰਦੇ। ਏਕਤਾ ਵੀ ਆਪਾਂ ਇਸ ਸਵਾਲ ਤੇ ਵੱਡੀ ਕਰੀਏ ਕਿ ਸਾਡਾ ਦੇਸ਼ ਕਿਸ ਤਰ੍ਹਾਂ ਬਚੇਗਾ। ਦੇਸ਼ ਸਾਡਾ ਬਚੇਗਾ, ਇਹ ਸਾਡੀ ਜਿਹੜੀ ਕਿਸਾਨ ਹੈ, ਮਜ਼ਦੂਰ ਹੈ, ਇਹਨਾਂ ਦੇ ਹੱਕ ਦੀ ਕੋਈ ਗੱਲ ਹੀ ਨਹੀਂ ਹੋ ਰਹੀ। ਸੁਣਵਾਈ ਉਹ ਕੋਈ ਨਹੀਂ ਹੈ, ਲੋਕਤੰਤਰ ਨੂੰ ਖਤਰਾ ਹੋ ਗਿਆ। ਜਿਹੜੇ ਸੂਬਿਆਂ ਦੇ ਵੱਧ ਅਧਿਕਾਰ ਹੈ ਉਹ ਸਾਰੇ ਕੇਂਦਰ ਆਪਣੇ ਕੋਲ ਲਈ ਜਾ ਰਿਹਾ ਹੈ। ਸੂਬਿਆਂ ਨੂੰ ਨਹੀਂ ਪੁੱਛਦਾ, ਆਪਣੀ ਮਰਜ਼ੀ ਦੇ ਨਾਲ। ਮਤਲਬ ਕਰੋਨਾ ਦੇ ਦੌਰਾਨ ਇਹ ਇਸ ਤਰ੍ਹਾਂ ਦੇ ਆਰਡੀਨੈਂਸ ਤਾਂ ਜਦ ਪੇਸ਼ ਕਰਦੇ ਤੇ ਜਦ ਕੋਈ ਬਹੁਤ ਵੱਡੀ ਆਫਤ ਆ ਜਾਂਦੀ ਸੀ। ਇਹ ਆਰਡੀਨੈਂਸ ਕਿਉਂ ਪੇਸ਼ ਕਰਨੇ ਪੈ ਗਏ? ਤੁਸੀਂ ਕਾਨੂੰਨ ਬਣਾ ਸਕਦੇ ਆ, ਉਹਨਾਂ ਵਾਸਤੇ ਪਾਰਲੀਮੈਂਟ ਹੈ, ਰਾਜ ਸਭਾ ਹੈ, ਇਹਨਾਂ ਨੂੰ ਸਾਰੀਆਂ ਨੂੰ ਪਾਰ ਕਰਕੇ ਇਹ ਜਿਹੜੀ ਮੋਦੀ ਦੀ ਸਰਕਾਰ ਹੈ, ਕੋਆਪਰੇਟ ਘਰਾਣਿਆਂ ਦੀ ਸਰਕਾਰ ਹੈ। ਮਤਲਬ ਜਿਹੜੀਆਂ ਜ਼ਮੀਨਾਂ ਹੈ ਉਹ ਕਿਸਾਨਾਂ ਤੋਂ ਕਿਸ ਤਰ੍ਹਾਂ ਇਹਨਾਂ ਨੇ ਲੈਣੀਆਂ, ਉਹਨਾਂ ਦੇ ਤਹਿਤ ਹੀ ਇਹ ਸਾਰੇ ਜਿਹੜੇ ਕਾਨੂੰਨ ਹੈ ਬਣ ਰਹੇ ਹੈ। ਸਾਡੀ ਪਬਲਿਕ ਵਾਸਤੇ, ਸਾਡੇ ਲੋਕਾਂ ਵਾਸਤੇ, ਕਿਸਾਨਾਂ ਵਾਸਤੇ, ਮਜ਼ਦੂਰਾਂ ਵਾਸਤੇ ਬਹੁਤ ਇੱਕ ਮੌਤ ਦੇ ਵਾਰੰਟ ਹੈ। ਇਹਨਾਂ ਨੂੰ ਨੀਤੀਆਂ ਨੂੰ ਵਾਪਸ ਕਰਾਉਣ ਵਾਸਤੇ ਸਾਨੂੰ ਬਹੁਤ ਵੱਡੀ ਏਕਤਾ ਕਰਕੇ ਲੰਬੀ ਲੜਾਈ ਲੜਨੀ ਪਏਗੀ। ਜਿਹੜੇ ਤਿੰਨ ਆਰਡੀਨੈਂਸ ਸੀ ਇਹ ਹੁਣ ਕਾਨੂੰਨ ਬਣ ਗਏ। ਇਹਨਾਂ ਦੇ ਵਿੱਚ ਇੱਕ ਆਰਡੀਨੈਂਸ ਸੀ ਕਿ ਕਿਸਾਨ ਆਪਣੀ ਫਸਲ ਕਿਤੇ ਵੀ ਲੈ ਕੇ ਵੇਚ ਸਕਦਾ ਆਪਣੀ ਫਸਲ ਹਿੰਦੁਸਤਾਨ ਦੇ ਵਿੱਚ। ਪਰ ਹੁਣ ਹਰਿਆਣਾ ਸਰਕਾਰ ਨੇ ਕਰਤਾ, ਉਹਨਾਂ ਨੇ ਆਪਣੇ ਰਾਈਸ ਮਿਲਸ ਨੂੰ ਸੁਨੇਹਾ ਦਿੱਤਾ ਕਿ ਰਾਜਸਥਾਨ ਤੇ ਪੰਜਾਬ ਦਾ ਕਿਸਾਨ ਖਾਸ ਕਰਕੇ ਸਾਡੇ ਸੂਬੇ ਦੇ ਵਿੱਚ ਫਸਲ ਵੇਚਣ ਨਾ ਆਵੇ। ਜਦੋਂ ਵੀ ਇੱਕ ਆਰਡੀਨੈਂਸ ਇਹ ਸੀ ਕਿ ਕਿਸਾਨ ਆਪਣੀ ਫਸਲ ਕਿਤੇ ਵੇਚ ਸਕਦਾ।
ਇਹ ਮਤਲਬ ਇੱਕ ਕਹਿਣ ਦੀਆਂ ਗੱਲਾਂ ਹੈ। ਜਦ ਉਹਨਾਂ ਨੂੰ ਆਪਾਂ ਨੂੰ ਲਾਗੂ ਕਰਨ ਦਾ ਸਵਾਲ ਆਉਂਦਾ ਹੈ, ਇਹ ਬੀਜੇਪੀ ਦੀ ਸਰਕਾਰ ਹੈ ਹਰਿਆਣੇ 'ਚ, ਜਦ ਉਹੀ ਉਹਨਾਂ ਦੀ ਗੱਲ ਮੰਨਣ ਨੂੰ ਤਿਆਰ ਨਹੀਂ, ਇਸ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਵੀ ਇਹ ਕਹਿੰਦੇ ਕੀ ਹੈ ਤੇ ਕਰਦੇ ਕੀ ਹੈ। ਜਦ ਬੀਜੇਪੀ ਦੀ ਹਰਿਆਣੇ ਦੀ ਸਰਕਾਰ ਇਸ ਵਾਸਤੇ ਮਨਾ ਕਰ ਰਹੀ ਹੈ, ਫਿਰ ਆਪਾਂ ਕਿਸ ਤਰ੍ਹਾਂ ਸੋਚ ਲਾਂਗੇ ਵੀ ਅਸੀਂ ਫਸਲ ਹੈ ਜਿਹੜੀ ਬਾਹਰ ਲਿਜਾ ਕੇ ਵੇਚ ਸਕਦੇ ਹਾਂ। ਅਗਲੀ ਗੱਲ, ਜਿਹੜੀ ਕਿਸਾਨ ਦੀ ਹਾਲਤ ਹੈ ਨਾ, ਉਹ ਤਾਂ ਆਪਣੀ ਫਸਲ ਆੜਤੀ ਤੋਂ ਬਿਨਾ ਕਿਤੇ ਉੱਧਰ ਅੱਧਰ ਵੇਚ ਹੀ ਨਹੀਂ ਸਕਦਾ, ਉਹਦੀ ਜਿਹੜੀ ਪੋਜੀਸ਼ਨ ਬਣੀ ਹੋਈ ਹੈ। ਇਸ ਕਰਕੇ ਇਸ ਨੂੰ ਤੋੜਨ ਵਾਸਤੇ, ਮੰਡੀ ਨੂੰ ਤੋੜਨ ਵਾਸਤੇ, ਮੰਡੀ ਕਿਸ ਤਰ੍ਹਾਂ ਤੋੜਨੀ ਹੈ, ਉਹਨੂੰ ਉੱਧਰ ਅੱਧਰ ਲਿਜਾ ਕੇ ਤੁਹਾਨੂੰ ਰੇਟ ਵੱਧ ਦੇ ਦਿਆਂਗੇ ਤਾਂ ਕਿ ਮੰਡੀ ਟੁੱਟ ਜਾਏ। ਇਸ ਕਰਕੇ ਜਿਹੜੀ ਇਹ ਪ੍ਰਾਈਸ ਕਮਿਸ਼ਨ ਬਣੇ ਹੋਏ ਹੈ ਜਾਂ ਇਹ ਸਰਕਾਰੀ ਮੰਡੀ ਦੀ ਵਿਵਸਥਾ ਬਣੀ ਹੋਈ ਹੈ, ਇਹਨੂੰ ਚਾਲੂ ਰੱਖਣਾ ਬਹੁਤ ਜ਼ਰੂਰੀ ਹੈ। ਇਹ ਤਾਂ ਇਹਨਾਂ ਦਾ ਸਾਰਾ ਇੱਕ ਝੂਠ ਦਾ ਪਲੰਦਾ ਹੈ। ਇਸ ਤੋਂ ਸਾਨੂੰ ਸੁਚੇਤ ਰਹਿਣਾ ਲੱਗੇਗਾ। ਜੇਕਰ ਫਸਲ ਤੇ ਕਿਸਾਨ ਦੇ ਵਿੱਚੋਂ ਆੜਤੀ ਨਿਕਲ ਜਾਂਦਾ, ਕੀ ਕਿਸਾਨੀ ਬਚ ਸਕੇਗੀ? ਨਹੀਂ, ਜਿਹੜਾ ਆੜਤੀ ਦਾ ਰਿਸ਼ਤਾ ਔਰ ਕਿਸਾਨ ਦਾ ਰਿਸ਼ਤਾ ਹੈ ਨਾ, ਉਹ ਇੱਕ ਬਹੁਤ ਵਧੀਆ ਚੱਲ ਰਿਹਾ। ਕਿਸਾਨ ਹੈ ਜਿਹੜਾ, ਕਈ ਵਾਰੀ ਆਪਣੇ ਕੋਲ ਕੋਈ ਪੈਸਾ ਨਹੀਂ ਹੁੰਦਾ ਹੈ, ਆੜਤੀ ਨੂੰ ਅੱਧੀ ਰਾਤ ਕਹੋ ਤਾਂ ਵੀ ਪੈਸੇ ਦੇ ਦੇਗਾ। ਪਹਿਲਾਂ ਤਾਂ 90% ਕਿਸਾਨਾਂ ਕੋਲ ਕੋਈ ਪੈਸਾ ਨਹੀਂ, ਮੰਨ ਲਓ 5-7% ਕੋਲ ਪੈਸਾ ਵੀ ਹੈ, ਉਹ ਪੈਸਾ ਬੈਂਕ ਦੇ ਵਿੱਚ ਹੈ, 3 ਦਿਨ ਬੈਂਕ ਨਹੀਂ ਖੁੱਲ੍ਹਦਾ। ਲੋੜ ਕਿਸਾਨ ਨੂੰ ਅੱਜ ਹੈ। ਮੈਂ ਕਿਸਾਨ ਦਾ ਜਿਹੜਾ ਆੜਤੀ ਦੇ ਬਿਨਾਂ ਨਹੀਂ ਸਰਦਾ। ਜਿਹੜੇ ਅਡਾਨੀ ਬਾਨੀਆਂ ਪ੍ਰਾਈਵੇਟ ਜਾਂ ਖਰੀਦ ਹੋ ਗਈ, ਉਹਨਾਂ ਅਸੀਂ ਕਿੱਥੇ ਟੋਲਾਂਗੇ ਕਿਸਾਨ? ਆੜਤੀ ਤੋਂ ਬਿਨਾਂ ਜਿਹੜਾ ਕਿਸਾਨੀ ਦਾ ਰਿਸ਼ਤਾ ਇੱਕ 9 ਮਾਹ ਦਾ ਰਿਸ਼ਤਾ। ਬਾਕੀ ਇਹਨਾਂ ਦੀ ਕਹਿਣ ਦੀਆਂ ਗੱਲਾਂ ਵੀ ਇਹ ਜਿਹੜਾ ਹਮਲਾ ਨਾ ਆਪਣਾ, ਇਹ ਕਿਸਾਨਾਂ 'ਤੇ, ਮਜ਼ਦੂਰਾਂ 'ਤੇ, ਦੁਕਾਨਦਾਰਾਂ 'ਤੇ, ਸਾਰਿਆਂ 'ਤੇ ਬੜਾ ਭਾਰੀ ਹਮਲਾ। ਇਸ ਲੜਾਈ ਨੂੰ ਜਦ ਤੱਕ ਆਪਾਂ ਘਰ ਘਰ ਨਹੀਂ ਲੈ ਜਾਂਦੇ, ਇਹ ਜਦ ਤੱਕ ਜਿੱਤ ਨਹੀਂ ਜਾਂਦੀ। ਇਹ ਸਮੁੱਚੇ ਪੰਜਾਬੀਆਂ ਦੀ ਲੜਾਈ ਹੈ, ਨਾ ਕਿ ਕਿਸਾਨਾਂ ਦੀ। ਕਿਸਾਨ ਤੱਕ ਭਾਖੜਾ ਨਹਿਰ ਦਿਖ ਰਹੀ ਹੈ, ਜਿਹੜੇ ਬਾਕੀ ਉਹ ਬ੍ਰਾਂਚਾਂ ਸੂਏ ਹੈ, ਜੇ ਭਾਖੜਾ ਸੁੱਕ ਗਿਆ, ਸੂਏ ਆਪੇ ਬੰਦ ਹੋ ਜਾਣਗੇ। ਬਾਕੀ ਜਿਹੜਾ ਆਪਣਾ ਸਿਸਟਮ ਹੈ, ਜਿਹੜਾ ਇਹਨਾਂ ਦਾ ਇਹ ਸਰਮਾਏਦਾਰ ਪੱਖੀ ਸਿਸਟਮ ਹੈ, ਇਹ ਪਹਿਲਾਂ ਸਮਝਦੇ ਸੀ ਕਿਸਾਨ ਨੂੰ ਮੁਰਗੀ ਹੈ ਤਾਂ ਅੰਡਾ ਖਾਈ ਜਾਓ। ਹੁਣ ਇਹ ਮੁਰਗੀ ਖਾਣੇ ਨੂੰ ਤਿਆਰ ਹੈ। ਕਿਸਾਨਾਂ ਦੀ ਇਹਨਾਂ ਨੂੰ ਕੋਈ ਲੋੜ ਨਹੀਂ। ਬੜੇ ਬੜੇ ਜ਼ਮੀਨਾਂ ਦੇ ਅਮਰੀਕਾ ਦੀ ਰਿਸ਼ ਕਰ ਰਹੇ ਹੈ, ਉੱਥੇ 2.5% ਕਿਸਾਨ ਹੈ, ਆਪਣੇ 70% ਕਿਸਾਨ ਹੈ। ਇਹ ਬਾਕੀ ਨੂੰ ਕਿੱਥੇ ਲੈ ਜਾਣਗੇ? ਸੋ ਇਹਨਾਂ ਦੀ ਜਿਹੜੀ ਨੀਤੀ ਹੈ, ਉਹ ਦੇਸ਼ ਵਿਰੋਧੀ ਨੀਤੀ ਹੈ। ਇਹ ਕਿਸ ਤਰ੍ਹਾਂ ਅੱਜ ਜੇ ਸੈਂਟਰ ਦੇ ਵਿੱਚ ਜਿਹੜਾ 70-80% ਹਰਿਆਣਾ ਪੰਜਾਬ ਪਾ ਰਿਹਾ ਭੰਡਾਰ ਦੇ ਵਿੱਚ, ਜੇ ਉੱਥੇ ਨਹੀਂ ਪੈਂਦਾ, ਬਾਕੀ ਦੇਸ਼ ਕੇ ਮਜ਼ਦੂਰਾਂ ਨੂੰ 2 ਰੁਪਏ ਕਿਲੋ ਆ ਜਿਹੜੀ ਉਹਦੀ ਵੰਡ ਪ੍ਰਣਾਲੀ ਹੈ ਸਰਕਾਰ ਦੀ, ਕਿਵੇਂ ਮਿਲੇਗਾ? ਅੱਜ ਪੰਜਾਬ ਦੇ ਵਿੱਚ 2 ਕਰੋੜ 80 ਲੱਖ ਦੀ ਆਬਾਦੀ ਦੇ ਵਿੱਚ 1 ਕਰੋੜ 40 ਲੱਖ ਲੋਕ ਸਸਤੀ ਕਣਕ ਲੈ ਰਹੇ ਸਰਕਾਰ ਤੋਂ ਵੰਡ ਪ੍ਰਣਾਲੀ ਨਹੀਂ। ਉਹਨਾਂ 'ਤੇ ਸਿੱਧਾ ਹਮਲਾ। ਤੋਂ ਹੁਣ ਸਾਰਾ ਜਾਗ ਚੁੱਕੇ ਹੈ। ਜਿਹੜੇ ਕਲਾਕਾਰ ਹੈ, ਹੁਣ ਉਹ ਵੀ ਕਿਸਾਨਾਂ ਦੀ ਪਿੱਠ 'ਤੇ ਆ ਗਏ। ਸੋ ਜਿਹੜੀ ਲਹਿਰ ਹੈ, ਇਸ ਨੇ ਬਹੁਤ ਵੱਡੀ ਹੋਣਾ। ਸੋ ਆਪਣਾ ਸਾਰਿਆਂ ਦਾ ਫਰਜ਼ ਬਣਦਾ, ਮੀਡੀਆ ਵਾਲਿਆਂ ਨੂੰ ਵੀ ਇਹੀ ਬੇਨਤੀ ਹੈ ਵੀ ਇੱਕ ਦੇਸ਼ ਦੀ ਲੜਾਈ ਹੈ ਆਜ਼ਾਦੀ ਵਾਸਤੇ। ਪਹਿਲਾਂ ਆਪਾਂ ਨੇ ਦੇਖਿਆ ਜਦ ਅਨਾਜ ਦੀ ਥੁੜ੍ਹ ਸੀ, ਅਮਰੀਕਾ ਨੇ ਆਪਣੀ ਸ਼ਰਤਾਂ ਮਨਵਾ ਕੇ ਆਪਾਂ ਨੂੰ PP 18 ਕਣਕ ਦਿੰਦਾ ਸੀ, ਜਿਹੜੀ ਸੂਰ ਵੀ ਨਹੀਂ ਖਾਂਦੇ ਸੀ। ਅੱਜ ਉਹੀ ਹਾਲਾਤ ਪੈਦਾ ਕਰਨ ਜਾ ਰਹੇ ਹੈ। ਸੋ ਜਿਹੜਾ ਲੋਕਾਂ ਦਾ ਰੋਹ ਹੈ, ਲੋਕਾਂ ਦੇ ਵਿੱਚ ਬੜੀ ਤਾਕਤ ਹੈ। ਇਹ ਕੋਈ ਡਰਨ ਦੀ ਲੋੜ ਨਹੀਂ ਵੀ ਇਹਨਾਂ ਨੇ ਪਾਸ ਕਰ ਦੇ। ਇੰਗਲੈਂਡ ਵੀ ਆਪਣੇ ਪਰ ਰਾਜ ਕਰ ਗਿਆ, ਜਿਸਕੇ ਰਾਜ ਕੇ ਵਿੱਚ ਸੂਰਜ ਨਹੀਂ ਪੈਦਾ। ਅੱਜ ਕੱਲ੍ਹ ਇੰਗਲੈਂਡ ਦੇ ਵਿੱਚ ਰਾਜ ਰਹਿ ਗਿਆ। ਇਹ ਮੋਦੀ ਨੂੰ ਵੀ ਵਾਪਸ ਮੁੜਨਾ ਲੱਗੇਗਾ। ਤੁਹਾਨੂੰ ਨਹੀਂ ਲੱਗਦਾ ਕਿ ਅਲੱਗ-ਅਲੱਗ ਸਿਆਸੀ ਪਾਰਟੀਆਂ, ਸਿਆਸੀ ਰਵਾਇਤੀ ਪਾਰਟੀਆਂ ਕਿ ਉਹ ਆਪਣੇ ਅਲੱਗ-ਅਲੱਗ ਪਲੇਟਫਾਰਮਸ ਵਿਰੋਧ ਕਰ ਰਹੀਆਂ ਨੇ ਆਰਡੀਨੈਂਸਾਂ ਦਾ, ਜੋ ਹੁਣ ਕਾਨੂੰਨ ਬਣ ਗਏ ਨੇ? ਤੁਹਾਨੂੰ ਲੱਗਦਾ ਇਹ ਇੱਕ ਥਾਂ 'ਤੇ ਇਕੱਠੇ ਹੋ ਕੇ ਵਿਰੋਧ ਕਰਨਾ ਚਾਹੀਦਾ ਸਾਰਿਆਂ ਨੂੰ? ਉਹਦੇ ਵਾਸਤੇ ਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੇ ਭਾਈ ਸਾਡੇ ਘੋਲ ਤੋਂ ਬਾਹਰ ਰਹਿ ਗਏ ਨਾ, ਅਸੀਂ ਉਹਨਾਂ ਨੂੰ ਪਿਆਰ ਨਾਲ ਸਮਝਾ ਕੇ ਆਪਣੇ ਘੋਲ 'ਚ ਲੈ ਕੇ ਆਈਏ। ਕੁਝ ਜਿਹੜੇ ਰਾਜਨੀਤਿਕ ਲੋਕਾਂ ਦੇ ਹੈਗੇ ਆ, ਇਸ ਤਰ੍ਹਾਂ ਦੇ ਪਿੰਡਾਂ 'ਚ ਬੈਠੇ ਆ, ਉਹਨਾਂ ਦੀਆਂ ਕੁਝ ਮਜਬੂਰੀਆਂ, ਲੇਕਿਨ ਉਹਨਾਂ ਦੇ ਘਰਾਂ 'ਚੋਂ ਵੀ ਇਸ ਸਾਡੇ ਇਕੱਠ 'ਚ ਉਹਨਾਂ ਦੇ ਘਰਾਂ 'ਚੋਂ ਵੀ ਮੈਂਬਰ ਸਾਡੇ ਕੋਲ ਬੈਠੇ ਆ। ਇਸ ਕਰਕੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਵੀ ਜਿਹੜੇ ਬਾਹਰ ਡਰਾਮੇਬਾਜ਼ੀ ਹੋ ਰਹੀ ਹੈ, ਉਹਨਾਂ ਨੂੰ ਪਿਆਰ ਨਾਲ, ਸਤਿਕਾਰ ਨਾਲ ਸਮਝਾ ਕੇ ਅਸੀਂ ਇਸ ਪਲੇਟਫਾਰਮ 'ਤੇ ਲੈ ਕੇ ਆਈਏ ਵੀ ਲੜਾਈ ਇੱਥੇ ਤੋਂ ਜਿੱਤੀ ਜਾਣੀ ਹੈ। ਇਹ ਸਨ ਸਾਡੇ ਨਾਲ ਸ਼ਹੀਦ ਭਗਤ ਸਿੰਘ ਲੋਕ ਹਿੱਤ ਸੰਘਰਸ਼ ਕਮੇਟੀ ਦੇ ਕੁਝ ਪ੍ਰਮੁੱਖ ਆਗੂ, ਜਿਨ੍ਹਾਂ ਨੇ ਤੁਹਾਨੂੰ ਦੱਸਿਆ ਕਿ ਇਹ ਜੋ ਆਰਡੀਨੈਂਸ ਨੇ, ਇਹ ਵਿਰੋਧੀ ਆਰਡੀਨੈਂਸ ਨੇ। ਤੇ ਇਹਨਾਂ ਦਾ ਇਹ ਵੀ ਕਹਿਣਾ ਕਿ ਜੋ ਇਹ ਲੀਡਰ ਨੇ, ਜੋ ਇਹ ਅਲੱਗ-ਅਲੱਗ ਥਾਵਾਂ ਤੋਂ ਆਪਣੇ ਧਰਨੇ ਵਗੈਰਾ ਕਰ ਰਹੇ ਨੇ, ਇਹਨਾਂ ਦੇ ਕੁਝ
ਸਹਿਯੋਗੀ ਸਾਥੀ ਪਰਿਵਾਰ ਦੇ ਸੱਜਣ ਵੀ ਸਾਡੇ ਨਾਲ ਧਰਨੇ 'ਚ ਸ਼ਾਮਲ ਹੋ ਰਹੇ ਨੇ। ਤੁਸੀਂ ਬਣੇ ਰਹੋ ਸਾਡੇ ਨਾਲ ਚੈਨਲ ਪੰਜਾਬੀ ਗਲੋਬਲ ਪੰਜਾਬ 'ਤੇ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।